यूजेस ऑफ मिनरल्स पार्ट 3 वीडियो है। ठीक है, ये अपने मिनरल एंड पावर रिसोर्सिस चैप्टर की यूजेस ऑफ मिनरल्स आप पढ़ांगे। जिन्हें पहला वाली 2 वीडियोस नहीं देखिया वो अपने चैनल पर जाके देख सकता है। तो ये आप थर्ड पार्ट आप क्रिएट करन जा रहे हैं। मिनरल्स आर यूजड इन मैनी इंडस्ट्रीज़, काफ़ी इंडस्ट्रीज लगभग सारे इंडस्ट्रीज़ के विच मिनरल्स ही यूज़ होंगे ने। मिनरल्स विच आर यूजड फॉर जैम्स आर यूजली हार्ड, ਜਿਹੜੇ ਜੈਮਸ ਪ੍ਰੋਡਿਊਸ ਕਰਨ ਲਈ ਆਪਾਂ ਮਿਨਰਲਸ ਯੂਜ਼ ਕਰਦੇ ਹਾਂ ਉਹ ਬਹੁਤ ਜ਼ਿਆਦਾ ਹਾਰਡ ਹੁੰਦੇ ਨੇ। ਦੀਜ਼ ਆਰ ਦੈਨ ਸੈਟ ਇਨ ਵੇਰੀਅਸ ਸਟਾਈਲਸ ਫॉर ਜੂਲਰੀ, ਮਤਲਬ ਕਿ ਇਹਨਾਂ ਨੂੰ ਜੁਐਲਰੀ ਦੇ ਵਿੱਚ ਯੂਜ਼ ਕਰਨ ਲਈ ਅਲੱਗ-ਅਲੱਗ ਮੈਥਡ ਨੇ। ਠੀਕ ਹੈ, ਆਪਾਂ ਉਹ ਯੂਜ਼ ਕਰਦੇ ਹਾਂ। ਦੀਜ਼ ਆਰ ਕਾਪਰ ਇਜ਼ ਅਨਦਰ ਮੈਟਲ ਯੂਜ਼ਡ ਇਨ ਐਵਰੀਥਿੰਗ ਫਰੋਮ ਕੋਇਨਸ ਟੂ ਪਾਈਪਸ। ਕਾਪਰ ਵੀ ਆਪਾਂ ਯੂਜ਼ ਕਰਦੇ ਹਾਂ ਮੈਟਲ ਦੇ ਫੋਰਮ ਦੇ ਵਿੱਚ, ਜਿਹੜੇ ਕਿ ਜਿਨ੍ਹਾਂ ਤੋਂ ਕੋਇਨ ਵੀ ਬਣਦਾ ਅਤੇ ਪਾਈਪਸ ਵੀ ਬਣਦੀਆਂ ਨੇ ਆਪਣੀਆਂ ਵਾਟਰ ਪਾਈਪਸ ਜਾਂ ਅਲੱਗ-ਅਲੱਗ ਪਾਈਪਸ ਹੈ ਨਾ। ਸਿਲੀਕੋਨ ਯੂਜ਼ਡ ਇਨ ਦਾ ਕੰਪਿਊਟਰ ਇੰਡਸਟਰੀਜ਼ ਓਬਟੇਨਡ ਫਰੋਮ ਕੁਆਰਟਜ਼। ਸਿਲੀਕੋਨ ਕਿੱਥੋਂ ਓਬਟੇਨ ਕਰਦੇ ਹਾਂ ਆਪਾਂ? ਕੁਆਰਟਜ਼ ਤੋਂ, ਜਿਹੜਾ ਕਿ ਕੰਪਿਊਟਰ ਇੰਡਸਟਰੀ ਦੇ ਵਿੱਚ ਕੰਪਿਊਟਰ ਦੇ ਵੇਰੀਅਸ ਪਾਰਟਸ ਜਾਂ ਕੁਛ ਵੀ ਬਣਦਾ ਹੋਊਗਾ। ਠੀਕ ਹੈ, ਕੰਪਿਊਟਰ ਇੰਡਸਟਰੀ ਦੇ ਵਿੱਚ ਯੂਜ਼ ਹੁੰਦਾ, ਉਹ ਕਿੱਥੋਂ ਮਿਲਦਾ ਆਪਾਂ ਨੂੰ? ਕੁਆਰਟਜ਼ ਤੋਂ। ਐਲੂਮੀਨੀਅਮ ਓਬਟੇਨਡ ਫਰੋਮ ਇਟਸ ਓਰ ਬੌਕਸਾਈਟ। ਮੈਂ ਤੁਹਾਨੂੰ ਕਿਹਾ ਸੀ ਨਾ ਕਿ ਐਲੂਮੀਨੀਅਮ ਦੀ ਓਰ ਕੀ ਹੁੰਦੀ ਹੈ? ਬੌਕਸਾਈਟ। ਬੌਕਸਾਈਟ ਕਿਹਦੀ ਓਰ ਹੈ? ਐਲੂਮੀਨੀਅਮ ਦੀ। ਇਹ ਤੁਹਾਨੂੰ ਇੰਪੋਰਟੈਂਟ ਹੈ ਬੱਚੇ, ਯਾਦ ਰੱਖਣੀ ਪਏਗੀ। ਇਜ਼ ਯੂਜ਼ਡ ਇਨ ਆਟੋਮੋਬਾਈਲਸ ਐਂਡ ਏਅਰਪਲੇਨਸ, ਬੋਟਲਿੰਗ ਇੰਡਸਟਰੀਜ਼, ਬਿਲਡਿੰਗਸ ਐਂਡ ਈਵਨ ਇਨ ਕਿਚਨ ਕੁੱਕਵੇਅਰ। ਮਤਲਬ ਕਿ ਤੁਹਾਨੂੰ ਪਤਾ ਹੀ ਹੋਣਾ ਚਾਹੀਦਾ। ਠੀਕ ਹੈ, ਐਲੂਮੀਨੀਅਮ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਹੜਾ ਮਿਨਰਲ ਹੈ। ਉਹਦੇ ਤੋਂ ਆਟੋਮੋਬਾਈਲਸ ਆਪਣੇ ਜ਼ਿਆਦਾਤਰ ਬਣਦੇ ਨੇ। ਐਰੋਪਲੇਨ ਆਪਣਾ ਜਿਹੜਾ ਮੋਸਟ ਪ੍ਰੋਬੈਬਲੀ ਜ਼ਿਆਦਾਤਰ ਹਿੱਸਾ ਆਪਣਾ ਐਰੋਪਲੇਨ ਦਾ ਐਲੂਮੀਨੀਅਮ ਤੋਂ ਬਣਦਾ ਹੈ। ਬੋਟਲਿੰਗ ਇੰਡਸਟਰੀ, ਠੀਕ ਹੈ, ਬੋਟਲ ਜਿਹੜੇ ਕੈਪ ਹੁੰਦੇ ਨੇ, ਠੀਕ ਹੈ, ਬੋਟਲਸ ਦੇ। ਅਤੇ ਬਿਲਡਿੰਗਸ ਐਂਡ ਈਵਨ ਇਨ ਕਿਚਨ ਕੁੱਕਵੇਅਰ। ਆਪਾਂ ਅੱਜ ਕੱਲ੍ਹ ਆਪਣੇ ਘਰਾਂ ਦੇ ਵਿੱਚ ਵੀ, ਠੀਕ ਹੈ, ਡੋਰਸ ਐਂਡ ਵਿੰਡੋਜ਼ ਬਣਨ ਲੱਗ ਗਏ। ਠੀਕ ਹੈ, ਐਲੂਮੀਨੀਅਮ ਦੇ ਬਣਦੇ ਨੇ। ਸੋ ਇਹ ਬਹੁਤ ਜ਼ਿਆਦਾ ਇੰਪੋਰਟੈਂਟ ਹੈ। ਠੀਕ ਹੈ, ਆਪਾਂ ਪੜ੍ਹਦੇ ਹਾਂ ਕਿ ਆਪਾਂ ਮਿਨਰਲਸ ਨੂੰ ਕਿੱਦਾਂ ਕੰਜ਼ਰਵ ਕਰ ਸਕਦੇ ਹਾਂ, ਬਚਾ ਸਕਦੇ ਹਾਂ। ਕੰਜ਼ਰਵੇਸ਼ਨ ਆਫ ਮਿਨਰਲਸ। ਮਿਨਰਲਸ ਆਰ ਨੋਨ ਰੈਨਿਊਏਬਲ ਰਿਸੋਰਸਿਸ, ਮਤਲਬ ਕਿ ਨੋਨ ਰੈਨਿਊਏਬਲ ਮਤਲਬ ਕਿ ਇਹਨਾਂ ਨੂੰ ਆਪਾਂ ਦੁਬਾਰਾ ਯੂਜ਼ ਨਹੀਂ ਕਰ ਸਕਦੇ। ਠੀਕ ਹੈ, ਜਲਦੀ ਤੋਂ ਨਹੀਂ ਬਣ ਸਕਦੇ। ਨੋਨ ਰੈਨਿਊਏਬਲ ਦਾ ਮਤਲਬ ਇਹ ਹੈ ਵੀ ਜੇ ਇੱਕ ਵਾਰ ਇਹ ਖ਼ਰਾਬ ਕਰ ਲਿਆ ਆਪਾਂ ਆਪਣੀ ਅਰਥ ਦੇ ਵਿੱਚੋਂ ਐਕਸਟਰੈਕਟ ਕਰ ਲਏ, ਇਹ ਜਲਦੀ ਤੋਂ ਨਹੀਂ ਬਣਦੇ। ਇਹਨਾਂ ਨੂੰ ਦੁਬਾਰਾ ਬਣਨ ਦੇ ਲਈ ਔਰ ਨੂੰ ਕਾਫੀ ਹਜ਼ਾਰ, ਲੱਖਾਂ, ਹਜ਼ਾਰਾਂ ਸਾਲ ਆਪਾਂ ਨੂੰ ਚਾਹੀਦੇ ਨੇ। ਠੀਕ ਹੈ, ਇਹਨਾਂ ਨੂੰ ਮਤਲਬ ਕਿ ਦੁਬਾਰਾ ਬਣਨ ਦੇ ਲਈ। ਸੋ ਇਹਨਾਂ ਨੂੰ ਆਪਾਂ ਕਿੱਦਾਂ ਕੰਜ਼ਰਵ ਕਰ ਸਕਦੇ ਹਾਂ, ਆਪਾਂ ਪੜ੍ਹਦੇ ਹਾਂ। ਇਟ ਟੇਕਸ ਥਾਊਜੈਂਡਸ ਆਫ ਈਅਰਸ ਫॉर ਦਾ ਫਾਰਮੇਸ਼ਨ ਐਂਡ ਕੰਸਨਟ੍ਰੇਸ਼ਨ ਆਫ ਮਿਨਰਲਸ। ਦੁਬਾਰਾ ਤੁਹਾਨੂੰ ਮੈਂ ਦੱਸ ਕੇ ਹਟਿਆ। ਠੀਕ ਹੈ, ਹਜ਼ਾਰਾਂ ਸਾਲ ਚਾਹੀਦੇ ਨੇ ਇਹਨਾਂ ਨੂੰ ਦੁਬਾਰਾ ਫਾਰਮ ਹੋਣ ਲਈ। ਦਾ ਰੇਟ ਆਫ ਫਾਰਮੇਸ਼ਨ ਇਜ਼ ਮੱਚ ਸਮਾਲਰ ਦੈਨ ਦਾ ਰੇਟ ਐਟ ਵਿਚ ਦਾ ਹਿਊਮਨਸ ਕੰਜ਼ਿਊਮ ਦਿਸ ਮਿਨਰਲਸ। ਕਹਿੰਦੇ ਜਿੰਨੇ ਰੇਟ 'ਤੇ ਆਪਾਂ ਇਹਨਾਂ ਨੂੰ ਕੰਜ਼ਿਊਮ ਕਰ ਰਹੇ ਹਾਂ, ਅੱਜ ਵਰਤ ਰਹੇ ਹਾਂ, ਠੀਕ ਹੈ, ਉਹ ਤੋਂ ਕਿਤੇ ਜ਼ਿਆਦਾ ਘੱਟ ਹੈ ਇਹਦੇ ਦੁਬਾਰਾ ਬਣਨ ਦੀ ਰੇਟ। ਠੀਕ ਹੈ, ਇਟ ਇਜ਼ ਨੈਸੈਸਰੀ ਟੂ ਰਿਡਿਊਸ ਵੇਸਟੇਜ ਇਨ ਦਾ ਪ੍ਰੋਸੈਸ ਆਫ ਮਾਈਨਿੰਗ। ਮਤਲਬ ਕਿ ਜਦੋਂ ਆਪਾਂ ਮਾਈਨਿੰਗ ਕਰਦੇ ਹਾਂ, ਠੀਕ ਹੈ, ਬਹੁਤ ਜ਼ਿਆਦਾ ਮਿਨਰਲਸ ਹੈ ਜਿਹੜਾ ਉਹ ਵੇਸਟ ਹੋ ਜਾਂਦਾ ਹੈ। ਉੱਥੇ ਆਪਾਂ ਨੂੰ ਵੇਸਟੇਜ ਘੱਟ ਕਰਨੀ ਪਊਗੀ, ਆਪਣੇ ਮੈਥਡਸ ਦੇ ਵਿੱਚ ਸੁਧਾਰ ਲਿਆਉਣਾ ਪਊਗਾ। ਰੀਸਾਈਕਲਿੰਗ ਆਫ ਮੈਟਲਸ ਇਜ਼ ਅਨਦਰ ਵੇ ਇਨ ਵਿਚ ਦਾ ਮਿਨਰਲਸ ਰਿਸੋਰਸਿਸ ਕੈਨ ਬੀ ਕੰਜ਼ਰਵਡ। ਰੀਸਾਈਕਲ ਵੀ ਆਪਾਂ ਕਰ ਸਕਦੇ ਹਾਂ। ਠੀਕ ਹੈ, ਮੈਟਲਸ ਨੂੰ ਇੱਕ ਵਾਰ ਵਰਤ ਕੇ ਉਸਨੂੰ ਮਤਲਬ ਕਿ ਉਸਦੀ ਰਿਪੇਅਰ ਕਰਕੇ ਜਾਂ ਉਸਨੂੰ ਰੀਯੂਜ਼ ਕਰਕੇ ਆਪਾਂ ਉਸਨੂੰ ਰੀਸਾਈਕਲ ਕਰ ਸਕਦੇ ਹਾਂ। ਆਪਾਂ ਦੁਬਾਰਾ ਵਰਤ ਕੇ ਉਸਨੂੰ ਇਸ ਤਰ੍ਹਾਂ ਆਪਾਂ ਮੈਟਲਸ ਕੀ ਹੈ ਆਪਾਂ ਕੰਜ਼ਰਵ ਕਰ ਸਕਦੇ ਹਾਂ। ਪਾਵਰ ਰਿਸੋਰਸਿਸ। ਪਾਵਰ ਰਿਸੋਰਸਿਸ ਕਿਹੜੇ ਕਿਹੜੇ ਹੁੰਦੇ ਨੇ? ਆਪਾਂ ਛੋਟੀ ਜਿਹੀ ਸਟੋਰੀ ਆਪਾਂ ਪੜ੍ਹ ਲੈਂਦੇ ਹਾਂ। ਚਲੋ। ਸਨੀਸ ਮਦਰ ਬਿਗਨਸ ਹਰ ਡੇ ਬਾਈ ਸਵਿਚਿੰਗ ਔਨ ਦਾ ਗੀਜ਼ਰ, ਸ਼ੀ ਆਇਰਨ ਸਨੀ। ਮਤਲਬ ਕਿ ਇਹ, ਠੀਕ ਹੈ, ਇਲੈਕਟ੍ਰੀਸਿਟੀ ਹੈ। ਇੱਕ ਪਰਿਵਾਰ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ। ਠੀਕ ਹੈ, ਆਪਣੇ ਘਰ ਦੇ ਵਿੱਚ ਆਪਾਂ ਪਾਵਰ ਰਿਸੋਰਸ ਯਾਨੀ ਕਿ ਇਲੈਕਟ੍ਰੀਸਿਟੀ ਆਪਾਂ ਯੂਜ਼ ਕਰਦੇ ਹਾਂ, ਕਿੰਨੇ ਹੀ ਕੰਮਾਂ ਨੂੰ ਕਰਦੇ ਹਾਂ। ਠੀਕ ਹੈ, ਉਹਦੇ ਬਾਰੇ ਇਹ ਸਟੋਰੀ ਹੈ, ਤੁਸੀਂ ਪੜ੍ਹ ਲਿਓ। ਆਪਾਂ ਸ਼ੁਰੂ ਕਰਦੇ ਹਾਂ। ਪਾਵਰ ਔਰ ਐਨਰਜੀ ਪਲੇਜ਼ ਅ ਵਾਈਟਲ ਰੋਲ ਇਨ ਆਰ ਲਾਈਫਸ। ਪਾਵਰ ਮਤਲਬ ਜਾਂ ਐਨਰਜੀ ਕਹਿ ਸਕਦੇ ਹਾਂ, ਉਹਦਾ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਆਪਣੀ ਲਾਈਫ ਦੇ ਵਿੱਚ। ਵੀ ਆਲਸੋ ਨੀਡ ਪਾਵਰ ਫॉर ਇੰਡਸਟਰੀ, ਐਗਰੀਕਲਚਰ, ਟਰਾਂਸਪੋਰਟ, ਕਮਿਊਨੀਕੇਸ਼ਨ ਐਂਡ ਡਿਫੈਂਸ। ਇਹ ਸਾਰੀਆਂ ਚੀਜ਼ਾਂ ਮਤਲਬ ਕਿ ਜਿਨ੍ਹਾਂ ਵਾਸਤੇ ਪਾਵਰ ਜਾਂ ਇਲੈਕਟ੍ਰੀਸਿਟੀ ਦੀ ਲੋੜ ਪੈਂਦੀ ਹੈ। ਪਾਵਰ ਰਿਸੋਰਸਿਸ ਮੇ ਬੀ ਬਰੋਡਲੀ ਕੈਟੇਗਰਾਈਜ਼ਡ ਐਜ਼ ਕਨਵੈਂਸ਼ਨਲ ਐਂਡ ਨਾਨ ਕਨਵੈਂਸ਼ਨਲ ਰਿਸੋਰਸਿਸ। ਇਹਨਾਂ ਨੂੰ ਮਤਲਬ ਦੋ ਕੈਟੇਗਰੀਜ਼ ਦੇ ਵਿੱਚ ਡਿਵਾਈਡ ਕਰਤਾ। ਆਪਾਂ ਪੜ੍ਹਦੇ ਹਾਂ ਕਿਹੜੇ ਕਿਹੜੇ ਹੁੰਦੇ ਨੇ। ਕਨਵੈਂਸ਼ਨਲ ਰਿਸੋਰਸਿਸ। ਕਨਵੈਂਸ਼ਨਲ ਸੋਰਸ ਆਫ ਐਨਰਜੀ ਆਰ ਦੋਜ਼ ਵਿਚ ਹੈਵ ਬੀਨ ਇਨ ਕਾਮਨ ਯੂਜ਼ ਫॉर ਅ ਲੌਂਗ ਟਾਈਮ। ਕਨਵੈਂਸ਼ਨਲ ਉਹ ਨੇ ਜਿਹੜੇ ਕਿ ਆਪਾਂ ਵਰਤ ਰਹੇ ਹਾਂ ਲੰਬੇ ਸਮੇਂ ਤੋਂ। ਠੀਕ ਹੈ, ਫਾਇਰਵੁੱਡ ਐਂਡ ਫੋਸਿਲ ਫਿਊਲਸ ਆਰ ਟੂ ਮੇਨ ਕਨਵੈਂਸ਼ਨਲ ਐਨਰਜੀ ਸੋਰਸਿਸ। ਫਾਇਰਵੁੱਡ ਯਾਨੀ ਕਿ ਲੱਕੜਾਂ, ਠੀਕ ਹੈ, ਲੱਕੜੀ ਆਪਾਂ ਜਿਹੜੀ ਲੈ ਕੇ ਆਉਂਦੇ ਹਾਂ ਫਾਇਰ ਪ੍ਰੋਡਿਊਸ ਕਰਨ ਦੇ ਲਈ। ਅਤੇ ਫੋਸਿਲ ਫਿਊਲਸ ਹੁੰਦੇ ਨੇਗੇ। ਪਾਵਰ ਦੇ ਵਿੱਚ ਬੱਚੇ ਦੇਖੋ ਆਪਾਂ ਇਕੱਲੀ ਇਲੈਕਟ੍ਰੀਸਿਟੀ ਕੰਸੀਡਰ ਕੀਤੀ ਹੈ, ਬਟ ਇੱਥੇ ਇਹਨਾਂ ਨੇ ਪਾਵਰ ਦੇ ਵਿੱਚ ਮਤਲਬ ਕਿ ਆਪਣੀ ਜਿਹੜੀ ਹੀਟ ਹੈ ਉਹਨੂੰ ਵੀ ਇਹਨਾਂ ਨੇ ਪਾਵਰ ਦੇ ਵਿੱਚ ਲਿਆ, ਕਿਉਂਕਿ ਹੀਟ ਤੋਂ ਵੀ ਐਨਰਜੀ ਪ੍ਰੋਡਿਊਸ ਹੁੰਦੀ ਹੈ। ਠੀਕ ਹੈ, ਫਾਇਰਵੁੱਡ ਇਟ ਇਜ਼ ਵਾਈਡਲੀ ਯੂਜ਼ਡ ਫॉर ਕੁਕਿੰਗ ਐਂਡ ਹੀਟਿੰਗ। ਮਤਲਬ ਆਪਾਂ ਖਾਣਾ ਬਣਾਉਣ ਵਾਸਤੇ, ਠੀਕ ਹੈ,
ਤੇ ਹੀਟਿੰਗ ਵਾਸਤੇ ਆਪਾਂ ਕੀ ਯੂਜ਼ ਕਰਦੇ ਹਾਂ, ਫਾਇਰਵੁੱਡ। ਇਨ ਆਰ ਕੰਟਰੀ ਮੋਰ ਦੈਨ 50% ਆਫ ਦਾ ਐਨਰਜੀ ਯੂਜ਼ਡ ਬਾਈ ਵਿਲੇਜਰਸ ਕਮ ਫਰਮ ਦਾ ਫਾਇਰਵੁੱਡ। ਪਿੰਡਾਂ ਦੇ ਵਿੱਚ ਜ਼ਿਆਦਾਤਰ ਕਹਿੰਦੇ ਫਾਇਰਵੁੱਡ ਹੀ ਯੂਜ਼ ਕੀਤਾ ਜਾਂਦਾ ਖਾਣਾ ਬਣਾਉਣ ਲਈ ਅਤੇ ਹੀਟਿੰਗ ਦੇ ਪਰਪਸ ਲਈ। Remains of plants and animals which were buried under the earth for millions of years got converted by the heat and pressure into fossil fuels। ਹੁਣ ਜਿਹੜੇ ਆਪਣੇ ਮਤਲਬ ਬਚਿਆ ਖੁਚਿਆ ਸੀਗਾ, ਠੀਕ ਹੈ, ਆਪਣੇ ਰਿਮੇਨਸ ਸੀਗੇ ਪਲਾਂਟਸ ਦੇ ਅਤੇ ਐਨੀਮਲਸ ਦੇ, ਜਿਹੜੇ ਕਿ ਧਰਤੀ ਦੇ ਨੀਚੇ ਦਬ ਗਏ ਸੀ ਮਿਲੀਅਨਸ ਆਫ ਈਅਰ ਮਤਲਬ ਪਹਿਲਾਂ, ਠੀਕ ਹੈ। ਹੁਣ ਉਹਨਾਂ ਨੂੰ ਮਤਲਬ ਪ੍ਰੈਸ਼ਰ ਦੇ ਨਾਲ ਜਾਂ ਹੀਟ ਦੇ ਨਾਲ, ਠੀਕ ਹੈ, ਉਹ ਕਿਹਦੇ ਵਿੱਚ ਕਨਵਰਟ ਹੋ ਗਏ, ਫੋਸਿਲ ਫਿਊਲਸ। ਫੋਸਿਲ ਫਿਊਲਸ ਸੱਚ ਐਸ ਕੋਲ, ਪੈਟਰੋਲੀਅਮ ਐਂਡ ਨੈਚੁਰਲ ਗੈਸ ਆਰ ਦਾ ਮੇਨ ਸੋਰਸਿਸ ਆਫ ਕਨਵੈਨਸ਼ਨਲ ਐਨਰਜੀ। ਫੋਸਿਲ ਫਿਊਲਸ ਕਿਹੜੇ ਹੁੰਦੇ ਨੇ, ਕੋਲ ਹੋ ਗਿਆ ਆਪਣਾ, ਪੈਟਰੋਲੀਅਮ, ਠੀਕ ਹੈ। ਪੈਟਰੋਲੀਅਮ ਦੇ ਵਿੱਚ ਆਪਣਾ ਡੀਜ਼ਲ ਪੈਟਰੋਲ ਦੋਨੇ ਚੀਜ਼ਾਂ ਆ ਗਈਆਂ, ਨੈਚੁਰਲ ਗੈਸ ਆ ਗਈ, ਠੀਕ ਹੈ। ਇਹ ਸਾਰੇ ਮੇਨ ਸੋਰਸ ਕੀ ਨੇ ਕਨਵੈਨਸ਼ਨਲ ਐਨਰਜੀ ਦੇ, ਜਿਹੜੀ ਆਪਾਂ ਆਪਣੇ ਆਟੋਮੋਬਾਈਲਸ, ਆਪਣੇ ਵਹੀਕਲਸ ਦੇ ਵਿੱਚ ਆਪਾਂ ਯੂਜ਼ ਕਰਦੇ ਹਾਂ, ਹੈ ਨਾ, ਉਹ ਵੀ ਇੱਕ ਐਨਰਜੀ ਹੀ ਹੈ, ਠੀਕ ਹੈ, ਜਿਹੜੀ ਉਹ ਪ੍ਰੋਡਿਊਸ ਕਰਦੇ ਨੇ। The reserves of these minerals are limited. The rate at which the growing world population is consuming them is far greater than the rate of their formation। ਮਤਲਬ ਉਹੀ ਗੱਲ, ਠੀਕ ਹੈ, ਆਪਾਂ ਉਹਨਾਂ ਨੂੰ ਕੰਜ਼ਿਊਮ ਜ਼ਿਆਦਾ ਜਲਦੀ ਕਰ ਰਹੇ ਹਾਂ, ਬਟ ਉਹਨਾਂ ਨੂੰ ਬਣਨ ਲਈ ਬਹੁਤ ਜ਼ਿਆਦਾ ਟਾਈਮ ਚਾਹੀਦਾ। ਸੋ ਦੀਜ਼ ਆਰ ਲਾਈਕਲੀ ਟੂ ਬੀ ਐਗਜ਼ੌਸਟਡ ਸੂਨ। ਸੋ ਜੇ ਆਪਾਂ ਇਹੀ ਰਫਤਾਰ ਨਾਲ ਆਪਾਂ ਉਹਨਾਂ ਨੂੰ ਯੂਜ਼ ਕਰਦੇ ਰਹੇ ਤਾਂ ਉਹ ਜਲਦੀ ਐਗਜ਼ੌਸਟ ਹੋ ਜਾਣਗੇ, ਮਤਲਬ ਕਿ ਆਪਣੀ ਅਰਥ ਦੇ ਉੱਤੋਂ ਬਿਲਕੁਲ ਖ਼ਤਮ ਹੋ ਜਾਣਗੇ। ਆਉਣ ਵਾਲੀਆਂ ਜਿਹੜੀਆਂ ਪੀੜ੍ਹੀਆਂ ਨੇ ਆਪਣੀਆਂ, ਠੀਕ ਹੈ, ਜਨਰੇਸ਼ਨ ਲਈ ਆਪਾਂ ਬਿਲਕੁਲ ਉਹਨਾਂ ਨੂੰ ਮਤਲਬ ਕਿ ਕੁਛ ਨਹੀਂ ਬਚਾਉਣਾ ਆਪਾਂ ਉਹਨਾਂ ਲਈ, ਸਿਰਫ ਸਾਰਾ ਕੁਛ ਆਪਾਂ ਹੀ ਮਤਲਬ ਵਰਤ ਲੈਣਾ ਹੈਗਾ ਅਤੇ ਉਹਨਾਂ ਵਾਸਤੇ ਕੁਛ ਨਹੀਂ ਬਚਣਾ। ਜਦੋਂ ਕਿ ਆਪਾਂ ਨੂੰ ਚਾਹੀਦਾ ਕਿ ਆਪਾਂ ਨੂੰ ਉਹਨਾਂ ਦੀ ਨੀਡ ਵਾਸਤੇ ਆਪਾਂ ਨੂੰ ਉਹਨਾਂ ਮਿਨਰਲਸ ਦੀ ਕੰਜ਼ਰਵੇਸ਼ਨ ਕਰਨੀ ਬਹੁਤ ਜ਼ਿਆਦਾ ਲਾਜ਼ਮੀ ਹੈ। ਹੁਣ ਉੱਪਰ ਆ ਜਾਓ, ਆ ਜਿਹੜਾ ਟੇਬਲਸ ਨੇ, ਠੀਕ ਹੈ, ਇਹਨਾਂ ਨੂੰ ਤੁਸੀਂ ਪੜ੍ਹਨਾ ਇੱਕ ਵਾਰੀ, ਇੱਕ ਰੀਡਿੰਗ ਜ਼ਰੂਰ ਦੇ ਲਿਓ, ਠੀਕ ਹੈ। ਫਾਇਰਵੁੱਡ ਦੇ ਐਡਵਾਂਟੇਜ ਕੀ ਨੇ, ਡਿਸਐਡਵਾਂਟੇਜ ਕੀ ਨੇ, ਕੋਲ ਦੇ ਐਡਵਾਂਟੇਜਿਸ ਐਂਡ ਡਿਸਐਡਵਾਂਟੇਜਿਸ, ਨੈਚੁਰਲ ਗੈਸ ਅਤੇ ਆਇਲ ਦੇ ਐਡਵਾਂਟੇਜ ਵੀ ਦੱਸੇ ਹੋਏ ਨੇ ਅਤੇ ਡਿਸਐਡਵਾਂਟੇਜ ਵੀ ਦੱਸੇ ਹੋਏ ਨੇ। ਹਾਈਡਲ ਪਾਵਰ ਦੇ ਐਡਵਾਂਟੇਜ ਐਂਡ ਡਿਸਐਡਵਾਂਟੇਜ ਬੋਥ, ਮਤਲਬ ਇਹ ਸਾਰੀਆਂ ਚੀਜ਼ਾਂ ਦੇ ਤੁਸੀਂ ਪੜ੍ਹਨੇ ਨੇ, ਠੀਕ ਹੈ। ਇੱਕ ਵਾਰ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਕਿ ਕੀ ਚੀਜ਼ ਹੈ ਇਹ। ਹੁਣ ਆਪਾਂ ਨੈਕਸਟ ਪੜ੍ਹਦੇ ਹਾਂ ਕੋਲ। ਦਿਸ ਇਜ਼ ਦ ਮੋਸਟ ਅਬੰਡੈਂਟਲੀ ਫਾਊਂਡ ਫੋਸਿਲ ਫਿਊਲ। ਇਟ ਇਜ਼ ਯੂਜ਼ਡ ਐਜ਼ ਡੋਮੈਸਟਿਕ ਫਿਊਲ ਇਨ ਇੰਡਸਟਰੀਜ਼ ਸੱਚ ਐਸ ਆਇਰਨ ਐਂਡ ਸਟੀਲ, ਸਟੀਮ ਇੰਜਨਸ ਐਂਡ ਟੂ ਜਨਰੇਟ ਇਲੈਕਟ੍ਰੀਸਿਟੀ। ਕੋਲ ਕਿਹਦੇ ਵਿੱਚ ਵਰਤਿਆ ਜਾਂਦਾ, ਠੀਕ ਹੈ, ਇੰਡਸਟਰੀ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈਗਾ। ਆਪਣੇ ਜਿਹੜੇ ਥਰਮਲ ਪਾਵਰ ਪਲਾਂਟਸ ਨੇ ਉਹਨਾਂ ਵਿੱਚ ਵੀ ਕੋਲ ਦੀ ਵਰਤੋਂ ਨਾਲ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ। ਅਤੇ ਅੱਜ ਤੋਂ ਕਈ ਸਾਲ ਪਹਿਲਾਂ ਸਟੀਮ ਇੰਜਨਸ ਜਿਹੜੇ ਆਪਣੇ ਟ੍ਰੇਨਸ ਚੱਲਦੀਆਂ ਸੀ ਉਹ ਸਾਰੀਆਂ ਕੋਲ ਦੇ ਨਾਲ ਹੀ ਚੱਲਦੀਆਂ ਸੀ। ਸੌਰੀ। ਇਲੈਕਟ੍ਰੀਸਿਟੀ ਫਰੋਮ ਕੋਲ ਇਜ਼ ਕੋਲਡ ਥਰਮਲ ਪਾਵਰ। ਇਲੈਕਟ੍ਰੀਸਿਟੀ ਜਿਹੜੀ ਆਪਾਂ ਕੋਲ ਤੋਂ ਜਨਰੇਟ ਕਰਦੇ ਹਾਂ ਉਹਨੂੰ ਆਪਾਂ ਕਹਿੰਦੇ ਹਾਂ ਥਰਮਲ ਪਾਵਰ, ਠੀਕ ਹੈ। ਆਪਾਂ ਕਹਿੰਦੇ ਨਹੀਂ ਥਰਮਲ ਪਾਵਰ ਪਲਾਂਟ ਜਿਹੜੇ ਆਪਣੇ ਬਠਿੰਡੇ ਵਾਲੇ ਨੇ, ਠੀਕ ਹੈ, ਜਾਂ ਕਿਤੇ ਵੀ ਆਪਣੇ ਨੇੜੇ ਤੇੜੇ ਜਿੱਥੇ ਵੀ ਆਪਾਂ ਕਹਿੰਦੇ ਹਾਂ ਵੀ ਉਹ ਥਰਮਲ ਪਾਵਰ ਪਲਾਂਟ ਹੈ ਜਾਂ ਥਰਮਲ ਆਪਾਂ ਕਹਿ ਦਿੰਦੇ ਹਾਂ, ਠੀਕ ਹੈ, ਬੇਸਿਕਲੀ। ਸੋ ਇਹ ਇਹ ਕਿਉਂ ਕਿਹਾ ਜਾਂਦਾ, ਕਿਉਂਕਿ ਉਹ ਐਨਰਜੀ ਕਿੱਥੋਂ ਮਿਲਦੀ ਆ ਉਹਨੂੰ, ਕੋਲ ਦੇ ਥਰੂ। ਦ ਕੋਲ ਵਿਚ ਵੀ ਆਰ ਯੂਜ਼ਿੰਗ ਟੂਡੇ ਵਾਜ਼ ਫੋਰਮਡ ਮਿਲੀਅਨਸ ਆਫ ਈਅਰਸ ਅਗੋ ਵੈਨ ਅ ਜਾਇੰਟ ਫਰਨਸ ਐਂਡ ਸਵੈਂਪਸ ਗੋਟ ਬਰੀਡ ਅੰਡਰ ਦ ਲੇਅਰ ਆਫ ਅਰਥ। ਉਹੀ ਗੱਲ, ਠੀਕ ਹੈ ਨਾ, ਜਿਹੜੇ ਆਪਣੇ ਰਿਮੇਨਸ ਸੀ, ਠੀਕ ਹੈ, ਪਲਾਂਟਸ ਅਤੇ ਐਨੀਮਲਸ ਦੇ, ਉਹ ਜਦੋਂ ਧਰਤੀ ਦੇ ਨੀਚੇ ਦਬ ਗਏ ਸੀ ਉਹ ਮਿਲੀਅਨਸ ਆਫ ਈਅਰਸ ਉਹ ਉੱਥੇ ਪਏ ਰਹੇ, ਠੀਕ ਹੈ। ਹੀਟ ਨਾਲ ਅਤੇ ਪ੍ਰੈਸ਼ਰ ਦੇ ਨਾਲ ਉਹ ਕਿਹਦੇ ਵਿੱਚ ਕਨਵਰਟ ਹੋ ਗਏ, ਫੋਸਿਲ ਫਿਊਲਸ ਦੇ ਵਿੱਚ ਜਾਂ ਕੋਲ ਦੇ ਵਿੱਚ ਆਪਾਂ ਕਹਿ ਸਕਦੇ ਹਾਂ। ਕੋਲ ਇਜ਼ ਦੇਅਰ ਫॉर ਰੈਫਰਡ ਟੂ ਐਜ਼ ਬਰੀਡ ਸਨਸ਼ਾਈਨ, ਮਤਲਬ ਕਿ ਨੀਚੇ ਦਬਿਆ ਹੋਇਆ ਆਪਣਾ ਸੂਰਜ ਦੀ ਸਨਸ਼ਾਈਨ, ਠੀਕ ਹੈ, ਸੂਰਜ ਦੀ ਸਨਸ਼ਾਈਨ ਆਪਾਂ ਉਹਨੂੰ ਕਹਾਂਗੇ। ਕੋਲ ਨੂੰ ਇਹ ਵੀ ਕਿਹਾ ਜਾਂਦਾ ਕਿ ਬਰੀਡ ਸਨਸ਼ਾਈਨ। ਦ ਲੀਡਿੰਗ ਕੋਲ ਪ੍ਰੋਡਿਊਸਰਸ ਆਫ ਵਰਲਡ ਆਰ ਚਾਈਨਾ, USA, ਜਰਮਨੀ, ਰਸ਼ੀਆ, ਸਾਊਥ ਅਫਰੀਕਾ ਐਂਡ ਫਰਾਂਸ। ਕੋਲ ਕਿਹੜੀਆਂ ਕੰਟਰੀਜ਼ ਜਿਹੜੀਆਂ ਸਭ ਤੋਂ ਵੱਧ ਪ੍ਰੋਡਿਊਸ ਕਰਦੀਆਂ ਨੇ ਉਹਨਾਂ ਦੇ ਵਿੱਚ ਇਹ ਸਾਰੀਆਂ ਕੰਟਰੀਜ਼ ਨੇ। ਦ ਕੋਲ ਪ੍ਰੋਡਿਊਸਿੰਗ ਏਰੀਆਸ ਆਫ ਇੰਡੀਆ ਆਰ ਇੰਡੀਆ ਦੇ ਵਿੱਚ ਕਿੱਥੇ ਕਿੱਥੇ ਕੋਲ ਮਿਲਦਾ, ਠੀਕ ਹੈ, ਮਿਲਦਾ ਇੰਡੀਆ ਦੇ ਵਿੱਚ ਵੀ ਆ, ਬਟ ਜਿਹੜੀਆਂ ਸਭ ਤੋਂ ਵੱਧ ਕੋਲ ਪ੍ਰੋਡਿਊਸ ਕਰਦੀਆਂ ਨੇ ਉਹ ਉੱਪਰ ਵਾਲੀਆਂ ਕੰਟਰੀਜ਼ ਨੇ। ਬਟ ਇੰਡੀਆ ਦੇ ਵਿੱਚ ਕਿੱਥੇ ਕਿੱਥੇ ਮਿਲਦਾ ਉਹ ਆਪਾਂ ਪੜ੍ਹਦੇ ਹਾਂ। ਰਾਣੀਗੰਜ, ਜਾਰੀਆ, ਧਾਨਬਾਦ ਐਂਡ ਬੋਕਾਰੋ ਇਨ ਝਾਰਖੰਡ। ਸਿਰਫ ਝਾਰਖੰਡ ਦੇ ਵਿੱਚ ਇਹ ਸਾਰੀਆਂ ਪਲੇਸਿਸ ਨੇ ਜਿੱਥੇ ਆਪਾਂ ਨੂੰ ਕੋਲ ਮਿਲਦਾ, ਠੀਕ ਹੈ। ਨੈਕਸਟ ਆਪਾਂ ਪੜ੍ਹਾਂਗੇ ਪੈਟਰੋਲੀਅਮ। ਦ ਪੈਟਰੋਲ ਦੈਟ ਕੀਪਸ ਯੋਰ ਕਾਰ ਰਨਿੰਗ ਐਜ਼ ਵੈਲ ਐਜ਼ ਦ ਆਇਲ ਦੈਟ ਕੀਪਸ ਯੋਰ ਸਾਈਕਲ ਫਰੋਮ ਸqueaking ਬੋਥ ਬਿਗਨ ਐਜ਼ ਅ ਥਿਕ ਬਲੈਕ ਲਿਕੁਇਡ ਕਾਲਡ ਪੈਟਰੋਲੀਅਮ। ਮਤਲਬ ਪੈਟਰੋਲ ਜਿਹੜਾ ਆਪਣੀਆਂ ਕਾਰਾਂ ਨੂੰ ਚਲਾਉਂਦਾ, ਠੀਕ ਹੈ, ਅਤੇ ਜਿਹੜਾ ਆਪਾਂ ਮਤਲਬ ਕਿ ਵੈਕਸਿੰਗ ਆਪਣੇ ਸਾਈਕਲ ਦੀ ਰਿਪੇਅਰ ਕਰਨ ਵੇਲੇ ਨਹੀਂ ਆਪਾਂ ਵਰਤਦੇ, ਠੀਕ ਹੈ, ਜਿਹਦੇ ਨਾਲ ਮਤਲਬ ਕਿ ਆਪਣਾ ਜਿਹੜਾ ਸਾਈਕਲ ਹੈ ਉਹ ਸਮੂਥਲੀ ਚੱਲੇ, ਹੈ ਨਾ। ਅਤੇ ਮਤਲਬ ਇਹ ਚੀਜ਼ਾਂ ਕੀ ਕਹਿੰਦੇ ਆਪਾਂ ਇਹਨਾਂ ਨੂੰ, ਥਿਨ ਬਲੈਕ ਲਿਕੁਇਡ ਨੂੰ ਆਪਾਂ ਕਹਿੰਦੇ ਹਾਂ ਪੈਟਰੋਲੀਅਮ। ਇਟ ਇਜ਼ ਫਾਊਂਡ ਬਿਟਵੀਨ ਦ ਲੇਅਰਸ ਆਫ ਰੌਕਸ ਐਂਡ ਇਜ਼ ਡਰਿਲਡ ਫਰੋਮ ਦ ਆਇਲ ਫੀਲਡਸ ਲੋਕੇਟਡ ਇਨ ਆਫਸ਼ੋਰ ਐਂਡ ਕੋਸਟਲ ਏਰੀਆਸ। ਇਹ ਕਿੱਥੇ ਮਤਲਬ ਮਿਲਦਾ ਆਪਾਂ ਨੂੰ, ਜਿੱਥੇ ਲੇਅਰ ਆਫ ਰੌਕਸ ਦੇ ਵਿੱਚ ਮਿਲਦਾ,
ज़्यादातर कितने कोस्टल एरिया यानी कि समुंदर के किनारे, ठीक है। दिस इज़ दैन सेंट टू रिफाइनरीज विच प्रोसैस द क्रूड ऑयल एंड प्रोड्यूस अ वराइटी ऑफ प्रोडक्ट्स लाइक डीजल, ਪੈਟਰੋਲੀਅਮ, ਕੈਰੋਜ਼ੀਨ, ਵੈਕਸ, ਪਲਾਸਟਿਕਸ ਐਂਡ ਲੂਬਰੀਕੈਂਟਸ। ਹੁਣ ਆਪਾਂ ਨੂੰ ਕੱਚਾ ਤੇਲ ਮਿਲਦਾ, ਠੀਕ ਹੈ। ਪੈਟਰੋਲੀਅਮ ਆਪਾਂ ਕਹਿ ਸਕਦੇ ਹਾਂ ਕਿ ਜਿਹੜਾ ਆਪਾਂ ਨੂੰ ਅਰਥ ਦੇ ਨੀਚੋਂ ਮਿਲਦਾ ਹੈ, ਉਹ ਆਪਾਂ ਨੂੰ ਉਹਨੂੰ ਉਸੇ ਫੋਰਮ ਦੇ ਵਿੱਚ ਆਪਾਂ ਯੂਜ਼ ਨਹੀਂ ਕਰ ਸਕਦੇ। ਉਹਨਾਂ ਨੂੰ ਰਿਫਾਈਨਰੀਜ਼ ਦੇ ਵਿੱਚ ਲਿਜਾ ਕੇ ਉਹਨਾਂ ਦੇ ਵਿੱਚੋਂ ਕੀ ਕੀ ਚੀਜ਼ਾਂ ਨਿਕਲਦੀਆਂ ਨੇ, ਆਪਾਂ ਉਹਦੇ ਵਿੱਚੋਂ ਪੈਟਰੋਲ ਅੱਡ ਕਰਦੇ ਹਾਂ, ਠੀਕ ਹੈ, ਡੀਜ਼ਲ ਅੱਡ ਕਰਦੇ ਹਾਂ, ਮਤਲਬ ਉਹਨਾਂ ਨੂੰ ਡਿਫਰੈਂਸ਼ੀਏਟ ਕਰਦੇ ਹਾਂ, ਠੀਕ ਹੈ। ਅਲੱਗ-ਅਲੱਗ ਆਪਾਂ ਉਹਨੂੰ ਡਿਫਰੈਂਟ ਵੈਸਲਸ ਦੇ ਵਿੱਚ ਸਟੋਰ ਕਰ ਲੈਂਦੇ ਹਾਂ, ਠੀਕ ਹੈ। ਅਤੇ ਫਿਰ ਉਹਦੇ ਵਿੱਚੋਂ ਕੈਰੋਸੀਨ ਵੀ ਨਿਕਲਦਾ, ਵੈਕਸ ਨਿਕਲਦੀ ਹੈ, ਪਲਾਸਟਿਕ, ਲੂਬਰੀਕੈਂਟਸ, ਠੀਕ ਹੈ। ਇਹ ਸਾਰੀਆਂ ਚੀਜ਼ਾਂ ਨੂੰ ਆਪਾਂ ਨੂੰ ਪੈਟਰੋਲੀਅਮ ਤੋਂ ਹੀ ਮਿਲਦੀਆਂ ਨੇ, ਅਤੇ ਰਿਫਾਈਨਰੀਜ਼ ਦੇ ਵਿੱਚ ਜਾ ਕੇ ਆਪਾਂ ਇਹਨਾਂ ਨੂੰ ਡਿਫਰੈਂਸ਼ੀਏਟ ਕਰਦੇ ਹਾਂ। ਪੈਟਰੋਲੀਅਮ ਐਂਡ ਇਟਸ ਡੈਰੀਵੇਟਿਵਸ ਆਰ ਕਾਲਡ ਬਲੈਕ ਗੋਲਡ ਐਂਡ ਐਜ਼ ਦੇ ਆਰ ਵੈਰੀ ਵੈਲਿਊਏਬਲ। ਹੁਣ ਇਹਨਾਂ ਨੂੰ ਜਿਹੜੇ ਪੈਟਰੋਲੀਅਮ ਦੇ ਵਿੱਚੋਂ ਆਪਾਂ ਜੋ ਵੀ ਚੀਜ਼ਾਂ ਆਪਾਂ ਨੂੰ ਮਿਲਦੀਆਂ ਨੇ, ਠੀਕ ਹੈ, ਉਹਨਾਂ ਨੂੰ ਆਪਾਂ ਕਹਿੰਦੇ ਹਾਂ ਬਲੈਕ ਗੋਲਡ, ਕਿਉਂਕਿ ਉਹ ਬਹੁਤ ਜ਼ਿਆਦਾ ਕੀਮਤੀ ਨੇ, ਕਿਉਂਕਿ ਉਹ ਹਜ਼ਾਰਾਂ ਸਾਲ ਮਤਲਬ ਬਾਅਦ, ਲੱਖਾਂ ਸਾਲਾਂ ਬਾਅਦ ਆਪਾਂ ਨੂੰ ਮਿਲੇ ਨੇ, ਠੀਕ ਹੈ। ਅਤੇ ਉਹਨਾਂ ਦੀ ਬਹੁਤ ਜ਼ਿਆਦਾ ਕੀਮਤ ਹੈ ਅੱਜ ਦੇ ਟਾਈਮ ਦੇ ਵਿੱਚ। ਦ ਚੀਫ ਪੈਟਰੋਲੀਅਮ ਪ੍ਰੋਡਿਊਸਿੰਗ ਕੰਟਰੀਜ਼ ਆਰ ਈਰਾਨ, ਇਰਾਕ, ਸਾਊਦੀ ਅਰੇਬੀਆ ਐਂਡ ਕਤਰ। ਮਤਲਬ ਕਿ ਜਿਹੜੀਆਂ ਚੀਫ ਯਾਨੀ ਕਿ ਫਸਟ 4 ਕੰਟਰੀਜ਼ ਜਿਹੜੀਆਂ ਆਪਾਂ ਕਹਾਂਗੇ, ਠੀਕ ਹੈ, ਈਰਾਨ, ਇਰਾਕ, ਸਾਊਦੀ ਅਰੇਬੀਆ ਐਂਡ ਕਤਰ। ਇਹਨਾਂ ਦੇ ਵਿੱਚ ਸਭ ਤੋਂ ਵੱਧ ਪੈਟਰੋਲੀਅਮ ਮਤਲਬ ਕਿ ਪ੍ਰੋਡਿਊਸ ਹੁੰਦਾ ਗਾ। ਦ ਅਦਰ ਮੇਜਰ ਪ੍ਰੋਡਿਊਸਰਸ ਆਰ USA, ਰਸ਼ੀਆ, ਵੈਨੀਜ਼ੂਏਲਾ ਐਂਡ ਅਲਜੀਰੀਆ। ਅਦਰ ਜਿਹੜੀਆਂ ਹੋਰ ਵੀ ਜ਼ਿਆਦਾ ਕੰਟਰੀਜ਼ ਮਤਲਬ ਇਹਨਾਂ ਤੋਂ ਬਾਅਦ ਜਿਹੜੇ ਪ੍ਰੋਡਿਊਸ ਕਰਦੇ ਨੇ, ਉਹ ਕਿਹੜੀਆਂ ਨੇ? ਇਹ 4, ਠੀਕ ਹੈ। ਦ ਲੀਡਿੰਗ ਪ੍ਰੋਡਿਊਸਰਸ ਇਨ ਇੰਡੀਆ ਆਰ ਦਿਗਬੋਈ ਇਨ ਅਸਾਮ, ਬੰਬੇ ਹਾਈ ਇਨ ਮੁੰਬਈ ਐਂਡ ਦਾ ਡੈਲਟਾਸ ਆਫ ਕ੍ਰਿਸ਼ਨਾ ਐਂਡ ਗੋਦਾਵਰੀ ਰਿਵਰਸ। ਇਹ 3 ਮਤਲਬ ਪਲੇਸਿਸ ਨੇ ਜਿੱਥੇ ਇੰਡੀਆ ਦੇ ਵਿੱਚ ਆਪਾਂ ਨੂੰ ਪੈਟਰੋਲੀਅਮ ਮਿਲਦਾ। ਹੁਣ ਆਪਾਂ ਨੈਕਸਟ ਪੜ੍ਹਦੇ ਹਾਂ ਨੈਚੁਰਲ ਗੈਸ। ਨੈਚੁਰਲ ਗੈਸ ਇਜ਼ ਫਾਊਂਡ ਵਿਦ ਪੈਟਰੋਲੀਅਮ ਡਿਪੋਜ਼ਿਟਸ ਐਂਡ ਇਜ਼ ਰਿਲੀਜ਼ਡ ਵੈਨ ਕਰੂਡ ਆਇਲ ਇਜ਼ ਬਰੋਟ ਟੂ ਦਾ ਸਰਫੇਸ। ਇਹ ਪੈਟਰੋਲੀਅਮ ਡਿਪੋਜ਼ਿਟਸ ਦੇ ਵਿੱਚ ਹੀ ਮਿਲਦਾ ਆਪਾਂ ਨੂੰ, ਅਤੇ ਜਦੋਂ ਕਰੂਡ ਆਇਲ ਸਰਫੇਸ ਦੇ ਉੱਤੇ ਆ ਜਾਂਦਾ ਉਦੋਂ ਇਹ ਰਿਲੀਜ਼, ਮਤਲਬ ਕਿ ਪੈਟਰੋਲੀਅਮ ਜਦੋਂ ਨੀਚੇ ਹੁੰਦਾ ਉਹਦੇ ਉੱਪਰ ਕੀ ਹੁੰਦਾ ਗਾ? ਨੈਚੁਰਲ ਗੈਸ ਹੁੰਦੀ ਹੈ। ਇਟ ਕੈਨ ਬੀ ਯੂਜ਼ਡ ਐਜ਼ ਡੋਮੈਸਟਿਕ ਐਂਡ ਇੰਡਸਟਰੀਅਲ ਫਿਊਲ। ਹੁਣ ਇਹ ਨੈਚੁਰਲ ਗੈਸ ਨੂੰ ਆਪਾਂ ਅੱਜ ਬਹੁਤ ਜ਼ਿਆਦਾ ਜਗ੍ਹਾਵਾਂ 'ਤੇ ਵਰਤਦੇ ਹਾਂ, ਠੀਕ ਹੈ, ਫਿਊਲ ਦੇ ਤੌਰ 'ਤੇ। ਰਸ਼ੀਆ, ਨਾਰਵੇ, UK ਐਂਡ ਨੀਦਰਲੈਂਡਸ ਆਰ ਦਾ ਮੇਜਰ ਪ੍ਰੋਡਿਊਸਰਸ ਆਫ ਨੈਚੁਰਲ ਗੈਸ। ਇਹ 3 ਕੰਟਰੀਜ਼ ਨੇ ਜਿਨ੍ਹਾਂ ਦੇ ਵਿੱਚ ਨੈਚੁਰਲ ਗੈਸ ਸਭ ਤੋਂ ਜ਼ਿਆਦਾ ਪ੍ਰੋਡਿਊਸ ਹੁੰਦੀ ਹੈ। ਇਨ ਇੰਡੀਆ, ਜੈਸਲਮੇਰ, ਕ੍ਰਿਸ਼ਨਾ ਗੋਦਾਵਰੀ ਡੈਲਟਾ, ਤ੍ਰਿਪੁਰਾ ਐਂਡ ਸਮ ਏਰੀਆਸ ਆਫਸ਼ੋਰ ਇਨ ਮੁੰਬਈ ਹੈਵ ਨੈਚੁਰਲ ਗੈਸ ਰਿਸੋਰਸਿਸ। ਇੰਡੀਆ ਦੇ ਵਿੱਚ ਇਹ ਥਾਵਾਂ ਨੇ ਜਿਹੜੀਆਂ ਜੈਸਲਮੇਰ, ਕ੍ਰਿਸ਼ਨਾ ਗੋਦਾਵਰੀ ਡੈਲਟਾ, ਤ੍ਰਿਪੁਰਾ ਅਤੇ ਹੋਰ ਜਿਹੜੇ ਏਰੀਆਸ ਨੇ ਮੁੰਬਈ ਦੇ ਵਿੱਚ ਆਫਸ਼ੋਰਸ, ਹੈ ਨਾ, ਉਹਨਾਂ ਦੇ ਵਿੱਚੋਂ ਆਪਾਂ ਨੂੰ ਨੈਚੁਰਲ ਗੈਸ ਰਿਸੋਰਸ ਮਿਲਦਾ ਹੈ। ਵੈਰੀ ਫਿਊ ਕੰਟਰੀਜ਼ ਇਨ ਦਾ ਵਰਲਡ ਹੈਵ ਸਫੀਸ਼ੀਐਂਟ ਨੈਚੁਰਲ ਗੈਸ ਰਿਜ਼ਰਵਸ ਆਫ ਦੇਅਰ ਓਨ। ਬਹੁਤ ਘੱਟ ਕੰਟਰੀਆਂ ਕੋਲ ਆਪਣੇ ਜਿਹੜੇ ਨੈਚੁਰਲ ਗੈਸ ਰਿਜ਼ਰਵਸ ਨੇ, ਜਿੱਥੇ ਉਹ ਆਪਣੇ ਨੈਚੁਰਲ ਗੈਸ ਨੂੰ ਸਟੋਰ ਕਰ ਸਕਦੇ ਨੇ ਜਾਂ ਉੱਥੋਂ ਉਹਨਾਂ ਨੂੰ ਐਕਸਟਰੈਕਟ ਕਰ ਸਕਦੇ ਨੇ। ਬਹੁਤ ਜ਼ਿਆਦਾ ਘੱਟ ਕੰਟਰੀਜ਼ ਨੇ, ਠੀਕ ਹੈ, ਜਿਨ੍ਹਾਂ ਕੋਲ ਆਪਣਾ ਰਿਜ਼ਰਵ ਕਰਨ ਦਾ ਮਤਲਬ ਜਗ੍ਹਾ ਹੈਗੀ ਹੈ। ਦ ਸ਼ਾਰਪ ਇਨਕਰੀਜ਼ ਇਨ ਆਰ ਕੰਜ਼ੰਪਸ਼ਨ ਆਫ ਫੋਸਲ ਫਿਊਲਸ ਹੈਜ਼ ਲੈਡ ਟੂ ਦੇਅਰ ਡਿਪਲੀਸ਼ਨ ਐਟ ਅਲਾਰਮਿੰਗ ਰੇਟ। ਹੁਣ ਆਪਾਂ ਬਹੁਤ ਜ਼ਿਆਦਾ ਵਰਤ ਰਹੇ ਹਾਂ, ਠੀਕ ਹੈ, ਜਿਹੜੀ ਆਪਣੇ ਨੈਚੁਰਲ ਰਿਸੋਰਸਿਸ ਨੇ, ਸੋ ਮਤਲਬ ਕਿ ਉਹਨਾਂ ਦਾ ਡਿਪਲੀਸ਼ਨ ਯਾਨੀ ਕਿ ਉਹਨਾਂ ਦੇ ਖਤਮ ਹੋਣ ਦਾ ਸਮਾਂ ਆ ਗਿਆ। ਦ ਟੌਕਸਿਕ ਪੋਲਿਊਟੈਂਟਸ ਰਿਲੀਜ਼ਡ ਫਰੋਮ ਬਰਨਿੰਗ ਦੀਜ਼ ਫਿਊਲਸ ਆਰ ਆਲਸੋ ਕਾਜ਼ ਫॉर ਕੰਸਰਨ। ਹੁਣ ਜਿਹੜੇ ਟੌਕਸਿਕ ਪੋਲਿਊਟੈਂਟਸ ਮਤਲਬ ਕਿ ਜਦੋਂ ਆਪਾਂ ਇਹਨਾਂ ਨੂੰ ਬਰਨ ਕਰਦੇ ਹਾਂ ਜਾਂ ਇਹਨਾਂ ਨੂੰ ਆਪਾਂ ਵਰਤਦੇ ਹਾਂ, ਠੀਕ ਹੈ, ਇਹਨਾਂ ਦੇ ਵਿੱਚੋਂ ਜਿਹੜੀ ਸਮੋਕ ਨਿਕਲਦੀ ਹੈ ਜਾਂ ਜੋ ਵੀ ਮਤਲਬ ਕਿ ਨਿਕਲਦਾ, ਉਹ ਇੰਨਾ ਜ਼ਿਆਦਾ ਪੋਲਿਊਟ ਕਰਦਾ ਆਪਣੇ ਐਨਵਾਇਰਨਮੈਂਟ ਨੂੰ ਕਿ ਬਹੁਤ ਜ਼ਿਆਦਾ ਖਤਰਨਾਕ ਹੈ, ਠੀਕ ਹੈ। ਅਨਚੈੱਕਡ ਬਰਨਿੰਗ ਆਫ ਫੋਸਲ ਫਿਊਲ ਇਜ਼ ਲਾਈਕ ਐਨ ਅਨਚੈੱਕਡ ਡ੍ਰਿਪਿੰਗ ਟੈਪ ਵਿਚ ਵਿਲ ਇਵੈਂਚੁਅਲੀ ਰਨ ਡਰਾਈ। ਕਹਿੰਦੇ ਜੇ ਆਪਾਂ ਅਨਚੈੱਕਡ ਬਰਨਿੰਗ ਫੋਸਲ ਫਿਊਲ ਯਾਨੀ ਕਿ ਕੋਈ ਫੋਸਲ ਫਿਊਲ ਨੂੰ ਆਪਾਂ ਮਚਾ ਰਹੇ ਹਾਂ, ਠੀਕ ਹੈ, ਉਹਨੂੰ ਅਨਚੈੱਕ ਮਤਲਬ ਆਪਣੇ ਧਿਆਨ ਤੋਂ ਪਰੇ ਹੋ ਕੇ ਉਹ ਮਤਲਬ ਬਰਨ ਕਰ ਰਿਹਾ, ਉਹ ਕਿਹਦੇ ਬਰਾਬਰ ਹੈ? ਮਤਲਬ ਕਿ ਇੱਕ ਟੈਪ ਚੱਲ ਰਹੀ ਹੈ, ਠੀਕ ਹੈ, ਆਪਾਂ ਉਹਨੂੰ ਨੋਟਿਸ 'ਚ ਨਹੀਂ ਲੈ ਰਹੇ, ਉਹ ਇੱਕ ਦਿਨ ਬਿਲਕੁਲ ਖਤਮ ਹੋ ਜੂਗਾ ਉਹਦੇ ਵਿੱਚੋਂ। ਆਪਾਂ ਮੰਨ ਲਓ ਟੈਂਕੀ ਦੇ ਵਿੱਚੋਂ ਆਪਾਂ ਇੱਕ ਟੈਪ ਔਨ ਕਰਤੀ, ਠੀਕ ਹੈ, ਉਹ ਸਾਰਾ ਪਾਣੀ ਉਹਦਾ ਬਿਲਕੁਲ ਟੈਂਕੀ ਨੂੰ ਖਾਲੀ ਕਰ ਦੂਗਾ, ਟੈਂਕ ਨੂੰ, ਠੀਕ ਹੈ। ਸੋ ਇੱਦਾਂ ਹੀ ਅਨਚੈੱਕਡ ਬਰਨਿੰਗ ਫੋਸਲ ਫਿਊਲ ਵੀ ਬਿਲਕੁਲ ਇਸੇ ਤਰ੍ਹਾਂ, ਉਹਨੂੰ ਆਪਾਂ ਇੱਕ ਦਿਨ ਬਿਲਕੁਲ ਖਤਮ ਕਰ ਦਾਂਗੇ। ਦਿਸ ਹੈਜ਼ ਲੈਡ ਟੂ ਟੈਪਿੰਗ ਆਫ ਵੇਰੀਅਸ ਨਾਨ ਕਨਵੈਂਸ਼ਨਲ ਸੋਰਸਿਸ ਆਫ ਐਨਰਜੀ ਦੈਟ ਆਰ ਕਲੀਨਰ ਅਲਟਰਨੇਟਿਵਸ ਆਫ ਫੋਸਿਲ ਫਿਊਲ। ਇਹ ਸਾਰੀਆਂ ਚੀਜ਼ਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਆਪਾਂ ਹੁਣ ਕੀ ਚੀਜ਼ਾਂ ਡਿਵੈਲਪ ਹੋ ਰਹੀਆਂ ਨੇ ਹੌਲੀ ਹੌਲੀ, ਮਤਲਬ ਕਿ ਨਾਨ ਕਨਵੈਂਸ਼ਨਲ ਸੋਰਸਿਸ ਡਿਵੈਲਪ ਹੋ ਰਹੇ ਨੇ ਜਿਹੜੇ ਕਿ ਵਰਤ ਤਾਂ ਸਕਦੇ ਹਾਂ ਆਪਾਂ, ਅਤੇ ਉਹ ਬਹੁਤ ਜ਼ਿਆਦਾ ਕਲੀਨ ਨੇ, ਠੀਕ ਹੈ। ਜਦੋਂ ਆਪਾਂ ਉਹਨਾਂ ਨੂੰ ਵਰਤ ਲਿਆ ਅਤੇ ਉਹ ਮਤਲਬ ਆਪਣੇ ਐਨਵਾਇਰਨਮੈਂਟ ਨੂੰ ਪੋਲਿਊਟ ਨਹੀਂ ਕਰਦੇ, ਠੀਕ ਹੈ, ਕਰਦੇ ਹੋਣਗੇ ਬਟ ਬਹੁਤ ਜ਼ਿਆਦਾ ਘੱਟ, ਠੀਕ ਹੈ। ਸੋ ਇਹਦਾ ਇੱਕ ਐਗਜ਼ਾਮਪਲ ਕੀ ਹੈ? ਹੁਣ ਆਪਾਂ ਨੈਕਸਟ ਇਹਦੇ ਐਗਜ਼ਾਮਪਲਸ ਪੜ੍ਹਾਂਗੇ। ਹਾਈਡਲ ਪਾਵਰ ਕਿਹੜੀ ਹੁੰਦੀ ਹੈ? ਜਿਹੜੇ ਕਿ ਆਪਾਂ ਵਾਟਰ ਤੋਂ ਐਨਰਜੀ ਜਨਰੇਟ ਕਰਦੇ ਹਾਂ ਆਪਣੇ ਡੈਮਸ ਦੇ ਥਰੂ ਆਪਾਂ ਪੜ੍ਹਦੇ ਹਾਂ, ਠੀਕ ਹੈ। ਰੇਨ ਵਾਟਰ ਔਰ ਰਿਵਰ ਵਾਟਰ stored in dams is made to fall from heights. The falling water flows
through pipes inside the dam over turbine blades placed at the bottom of the dam. The moving blades then turn the generator to produce the electricity. This is called hydroelectricity. ਹੁਣ ਡੈਮ ਦੇ ਵਿੱਚ ਕੀ ਹੈ, ਠੀਕ ਹੈ, ਹਾਈਟ ਦੇ ਉੱਤੇ ਪਾਣੀ ਨੂੰ ਸਟੋਰ ਕਰ ਲਿਆ, ਬਹੁਤ ਵੱਡੇ ਟੈਂਕ, ਬਹੁਤ ਵੱਡਾ ਡੈਮ ਹੁੰਦਾ, ਤੁਸੀਂ ਕਿਸੇ ਨੇ ਦੇਖਿਆ ਹੋਵੇ ਤਾਂ ਉਹਨੂੰ ਮਤਲਬ ਕਿ ਫਿਰ ਜਿਹੜਾ ਨੈਕਸਟ ਉਹ ਜਿੱਥੇ ਉਹਨੂੰ ਛੱਡਣਾ ਹੁੰਦਾ ਪਾਣੀ, ਉਹ ਜਗ੍ਹਾ ਬਹੁਤ ਨੀਵੀਂ ਹੁੰਦੀ ਹੈ, ਪਾਣੀ ਨੂੰ ਪੂਰੀ ਹਾਈਟ ਤੋਂ ਛੱਡਦੇ ਨੇ ਅਤੇ ਉੱਥੇ ਟਰਬਾਈਨਸ ਲੱਗੀਆਂ ਹੁੰਦੀਆਂ ਨੇ, ਠੀਕ ਹੈ। ਜਦੋਂ ਉਹ ਘੁੰਮਦੀਆਂ ਨੇ ਉਹਨਾਂ ਦੇ ਨਾਲ ਜਨਰੇਟਰ ਵੀ ਘੁੰਮਦਾ, ਠੀਕ ਹੈ। ਜਨਰੇਟਰ ਕੀ ਕਰਦਾ, ਇਲੈਕਟ੍ਰੀਸਿਟੀ ਪ੍ਰੋਡਿਊਸ ਕਰਦਾ, ਠੀਕ ਹੈ। ਇੱਦਾਂ ਮਤਲਬ ਕਿ ਜਿਹੜੀ ਇਲੈਕਟ੍ਰੀਸਿਟੀ ਜਨਰੇਟ ਹੁੰਦੀ ਹੈ ਉਹਨੂੰ ਆਪਾਂ ਕਹਾਂਗੇ ਹਾਈਡਰੋ ਇਲੈਕਟ੍ਰੀਸਿਟੀ ਜਾਂ ਹਾਈਡਲ ਪਾਵਰ ਆਪਾਂ ਕਹਿ ਸਕਦੇ ਹਾਂ। The water discharged after the generation of electricity is used for irrigation. 1/4 of the world's electricity is produced by hydel power. ਜਿਹੜਾ ਪਾਣੀ ਡੈਮ ਦੇ ਥਰੂ ਛੱਡਿਆ ਜਾਂਦਾ, ਇਰੀਗੇਸ਼ਨ ਮਤਲਬ ਕਿ ਖੇਤਾਂ ਨੂੰ ਪਾਣੀ ਲੱਗਦਾ, ਠੀਕ ਹੈ, ਉਹਦਾ ਉਸ ਤੋਂ ਬਾਅਦ। ਅਤੇ ਵਰਲਡ ਨੂੰ ਮਤਲਬ ਜੇ ਆਪਾਂ ਇਲੈਕਟ੍ਰੀਸਿਟੀ ਨੂੰ ਆਪਾਂ 4 ਪਾਰਟਸ ਦੇ ਵਿੱਚ ਡਿਵਾਈਡ ਕਰ ਲਈਏ ਤਾਂ ਇੱਕ ਪਾਰਟ ਉਹਦਾ ਕਿੱਥੋਂ ਜਨਰੇਟ ਹੁੰਦਾ ਗਾ, ਹਾਈਡਲ ਪਾਵਰ, ਯਾਨੀ ਕਿ ਡੈਮਸ ਦੇ ਥਰੂ, ਵਾਟਰ ਦੇ ਥਰੂ ਐਨਰਜੀ ਜਨਰੇਟ ਹੁੰਦੀ ਹੈ। ਦ ਲੀਡਿੰਗ ਪ੍ਰੋਡਿਊਸਰਸ ਆਫ ਹਾਈਡਲ ਪਾਵਰ ਇਨ ਦਾ ਵਰਲਡ ਆਰ ਪੈਰਾਗੁਏ, ਨਾਰਵੇ। ਇਹ ਜਿੱਥੇ ਜਿੱਥੇ ਮਤਲਬ ਜ਼ਿਆਦਾ ਹਾਈਡਲ ਪਾਵਰ ਜਨਰੇਟ ਹੁੰਦੀ ਹੈ ਉਹ ਕਿਹੜੀਆਂ ਕੰਟਰੀਜ਼ ਨੇ, ਪੈਰਾਗੁਏ, ਨਾਰਵੇ, ਬ੍ਰਾਜ਼ੀਲ ਐਂਡ ਚਾਈਨਾ। ਸਮ ਇੰਪੋਰਟੈਂਟ ਹਾਈਡਲ ਪਾਵਰ ਸਟੇਸ਼ਨਸ ਇਨ ਇੰਡੀਆ। ਇੰਡੀਆ ਦੇ ਵਿੱਚ ਕਿਤੇ ਕਿਤੇ ਹੁੰਦੀ ਹੈ, ਭਾਖੜਾ ਨੰਗਲ, ਗਾਂਧੀ ਸਾਗਰ, ਨਾਗਰਜੁਨਾ ਸਾਗਰ ਐਂਡ ਦਮੋਦਰ ਵੈਲੀ ਪ੍ਰੋਜੈਕਟਸ। ਇਹ ਸਾਰੀਆਂ ਥਾਵਾਂ ਦੇ ਉੱਤੇ ਇੰਡੀਆ ਦੇ ਵਿੱਚ ਡੈਮਸ ਬਣੇ ਹੋਏ ਨੇ, ਠੀਕ ਹੈ। ਸੋ ਇੱਥੇ ਆਪਾਂ ਕੀ ਜਨਰੇਟ ਕਰਦੇ ਹਾਂ, ਹਾਈਡਲ ਪਾਵਰ। ਨੋਨ ਕਨਵੈਨਸ਼ਨਲ ਸੋਰਸਿਸ ਆਫ ਐਨਰਜੀ। ਨੋਨ ਕਨਵੈਨਸ਼ਨਲ ਕਿਹੜੇ ਕਿਹੜੇ ਹੁੰਦੇ ਨੇਗੇ, ਦਾ ਇਨਕਰੀਜ਼ਿੰਗ ਹੁਣ ਆਪਾਂ ਇਸ ਤੋਂ ਬਾਅਦ ਪੜ੍ਹਾਂਗੇ, ਠੀਕ ਹੈ, ਜਿਹੜੇ ਇਹ ਨੋਨ ਕਨਵੈਨਸ਼ਨਲ ਸੋਰਸਿਸ ਹੁੰਦੇ ਨੇਗੇ। The increasing use of fossil fuels is leading to its shortage. It is estimated that if the present rate of consumption continues, the reserves of these fuel will get exhausted. Moreover, their use also causes environmental pollution. Therefore, there is need for using non-conventional sources such as solar energy, wind energy, tidal energy, which are renewable. ਬਸ ਉਹੀ ਗੱਲ ਸੇਮ, ਠੀਕ ਹੈ। ਆਪਾਂ ਕਿ ਉਹਨੂੰ ਜਲਦੀ ਜਨਰੇਟ ਨਹੀਂ ਕਰ ਸਕਦੇ, ਜਿਹੜੇ ਆਪਾਂ ਇੱਕ ਵਾਰ ਵਰਤ ਲਏ ਉਹਨਾਂ ਨੂੰ ਆਪਾਂ ਪਲਿਊਟ ਕਰ ਰਹੇ ਹਾਂ ਜਾਂ ਡਿਪਲੀਟ ਕਰ ਰਹੇ ਹਾਂ, ਠੀਕ ਹੈ। ਸੋ ਇਹਦਾ ਮਤਲਬ ਹੱਲ ਕੀ ਹੈਗਾ, ਆਪਾਂ ਨੋਨ ਕਨਵੈਨਸ਼ਨਲ ਸੋਰਸਿਸ ਆਪਾਂ ਵਰਤਾਂਗੇ, ਜਿਹੜੇ ਕਿ ਉਹਨਾਂ ਦੀਆਂ ਐਗਜ਼ਾਮਪਲਸ ਕੀ ਨੇ, ਸੋਲਰ ਐਨਰਜੀ, ਵਿੰਡ ਐਨਰਜੀ, ਟਾਈਡਲ ਐਨਰਜੀ, ਜਿਹੜੇ ਕਿ ਰੀਨਿਊਏਬਲ ਨੇ, ਯਾਨੀ ਕਿ ਆਪਾਂ ਦੁਬਾਰਾ ਉਹਨਾਂ ਨੂੰ ਯੂਜ਼ ਕਰ ਸਕਦੇ ਹਾਂ। ਸੋਲਰ ਐਨਰਜੀ, ਸਨਸ ਹੀਟ ਐਂਡ ਲਾਈਟ ਐਨਰਜੀ ਕੈਨ ਬੀ ਫੈਲਟ ਬਾਈ ਅਸ ਐਵਰੀ ਡੇ। ਇਹ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ, ਆਪਾਂ ਸੋਲਰ ਐਨਰਜੀ ਨੈਕਸਟ ਵੀਡੀਓ ਦੇ ਵਿੱਚ ਪੜ੍ਹਾਂਗੇ, ਠੀਕ ਹੈ ਬੱਚੇ।